अस्सलाम वालेकुम जी। पैरागॉन आटो चैनल ਦੇ ਦੇਖਣ ਵਾਲਿਆਂ ਨੂੰ ਇੱਕ ਦਫਾ ਫਿਰ ਆਪਾਂ ਖੁਸ਼ਾਮਦੀਦ ਕਹਿੰਦੇ ਆ ਤੇ ਅੱਜ ਤੁਹਾਡੇ ਲਈ ਅਸੀਂ ਰਿਵਿਊ ਲੈ ਕੇ ਆਏ 640 ਨਿਊ ਹਾਲੈਂਡ 18 ਮਾਡਲ ਟਰੈਕਟਰ ਆ। ਇਹਦੇ ਉੱਤੇ ਆਪਾਂ ਮੁਕੰਮਲ ਡਿਟੇਲ ਨਾਲ ਗੱਲਬਾਤ ਕਰਾਂਗੇ, ਇਹਦਾ ਮੁਕੰਮਲ ਰਿਵਿਊ ਕਰਾਂਗੇ ਤੇ ਨਵੇਂ ਟਰੈਕਟਰਾਂ ਦੇ ਮੁਕਾਬਲੇ ਦੇ ਵਿੱਚ ਇਹ ਕਿੰਨੇ ਕੁ ਚੰਗੇ ਸੀਗੇ ਇਹ ਤੇ ਗੱਲਬਾਤ ਕਰਾਂਗੇ ਤੇ ਬਾਕੀ ਨਵੀਆਂ ਇਹਦੇ ਵਿੱਚ ਕਿਹੜੀਆਂ ਤਬਦੀਲੀਆਂ ਜਿਹੜੀਆਂ ਕੰਪਨੀ ਨੂੰ ਕਰਨੀਆਂ ਚਾਹੀਦੀਆਂ ਮੁਕੰਮਲ ਡਿਟੇਲ ਦੇ ਨਾਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਨੂੰ ਐਂਡ ਤੱਕ ਦੇਖਿਓ। ਸਾਡੇ ਨਾਲ ਸਾਬਰ ਸਾਹਿਬ ਆਉਣਗੇ। ਸਾਬਰ ਭਾਈ ਆਪਾਂ ਨੂੰ ਇਹਦੇ ਉੱਤੇ ਰਿਵਿਊ ਕਰਕੇ ਦੇਣਗੇ ਟਰੈਕਟਰ ਦਾ ਮੁਕੰਮਲ ਤੇ ਨਾਲ ਆਪਣੇ ਜਿਹੜੇ ਓਨਰ ਨੇ ਦੋਸਤ ਆ ਉਹ ਆਪਣੇ ਨਾਲ ਨੇ ਤੇ ਗੱਲਬਾਤ ਆਪਾਂ ਸਟਾਰਟ ਕਰਦੇ ਆ। ਜ਼ਰਾ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ। ਸਾਬਰ ਭਾਈ ਪੂਰੀ ਮੁਕੰਮਲ ਡਿਟੇਲ ਜਿਹੜੀ ਹੈ ਭਾਈ ਉਹਨਾਂ ਦਾ ਇੱਕ ਤਾਰਫ ਕਰਵਾ ਦਿਓ ਤੇ ਦੂਜਾ ਵੀਡੀਓ ਜਿਹੜੀ ਹੈ ਨਾ ਮੁਕੰਮਲ ਦੋਸਤਾਂ ਨਾਲ ਸ਼ੇਅਰ ਕਰੋ ਕਿ ਇਹਦੇ ਵਿੱਚ ਕਿਹੜੀਆਂ ਚੇਂਜਿੰਗ ਕਰਨੀਆਂ ਚਾਹੀਦੀਆਂ ਔਰ ਕਿਹੜੀਆਂ ਇਹਦੀਆਂ ਚੀਜ਼ਾਂ ਬਹੁਤ ਅੱਛੀਆਂ ਵਾ। ਹੈਲੋ ਜੀ, अस्सलाम वालेकुम जी दोस्तों, की हाल चाल आ। अपने नाल भाई मौजूद आ। आपां भाई दे कोलों गलबात पुछदे आ। ट्रैक्टर दे ओनर आ, ट्रैक्टर यूज़ कर रहे आ। आपां इन्हां कोल छाइयां बराइयां पुछांगे ते जो साडे नॉलेज दे विच आ आपां भी देखांगे ते नाल तुहाडे नाल शेयर करदे आ। अस्सलाम वालेकुम जी। वालेकुम सलाम भाई की हाल आ? ठीक ठाक भाई। की नाम भाई अपना? अपना नाम रिजवान आ भाई रिजवान। अच्छा भाई, कितनी देर तो तुसीं ट्रैक्टर यूज़ करन दे? तकरीबन भाई ਆਪਾਂ ਨੂੰ 3 ਸਾਲ ਹੋ ਚੁੱਕੇ ਆ ट्रैक्टर यूज़ करदे ਯੂਜ਼ ਕਰਦੇ ਆ। ठीक है, कोई छाइयां बराइयां ਜਿਹੜੀਆਂ ਇਹਦੀਆਂ? ਇਹ ਛਾਈਆਂ ਬਰਾਈਆਂ ਭਾਈ ਇਹਦੀਆਂ ਇਹ ਹੀ ਆ। ਹਾਂਜੀ ਇਹਦਾ ਯਾਰ ਪਿਛਲੇ ਹਿੱਸੇ ਦਾ ਕੀਤੀ ਜਾਵੇ ਗੱਲ ਪਹਿਲੇ। ਹਾਂਜੀ ਇਹਦੀ ਇਹ ਹੀ ਆ ਟੂਪਾਂ ਦਾ ਰੋਲਾ ਵਾ। ਆਜੋ ਪਿਛਲੇ ਹਿੱਸੇ ਤੇ ਆਜੋ। ਠੀਕ ਆ, ਜਿੱਦਾਂ ਕਿ ਆਪਾਂ ਦੋਸਤੋ ਟਰੈਕਟਰ ਤੁਸੀਂ ਵੀ ਯੂਜ਼ ਕਰਦੇ ਆ, ਪਿਛਲੇ ਹਿੱਸੇ ਵੱਲ ਆ ਜਾਂਦੇ ਆ ਤੇ ਜੀ ਇਹਦੇ ਪਿਛਲੇ ਹਿੱਸੇ ਸਭ ਤੋਂ ਜ਼ਿਆਦਾ ਜਿਹੜੀ ਆ ਇਹਨਾਂ ਨੇ ਆ ਖੁਦ ਆਪਣੇ ਮਤਹਿਤ ਕੰਪਨੀ ਵੱਲੋਂ ਨਹੀਂ ਇਹਨਾਂ ਨੂੰ ਆਈਆਂ ਹੈਗੀਆਂ, ਇਹਨਾਂ ਨੇ ਆਪਣੇ ਮਤਹਿਤ ਆ ਸਪੋਰਟਾਂ ਲਗਾਈਆਂ ਇਹਨਾਂ ਨੂੰ। ਠੀਕ ਆ, ਰਾੜ ਲਗਾਏ ਆ ਆਪਣਾ ਮਜ਼ਬੂਤੀ ਵਾਸਤੇ। ਠੀਕ ਆ, ਤੇ ਬਾਕੀ ਇਹਦੀਆਂ ਅੱਛਾਈਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਹਿਲਾਂ ਫਿਲਹਾਲ ਤੁਹਾਨੂੰ ਇਹਦੀਆਂ ਬੁਰਾਈਆਂ ਦੱਸ ਦਈਏ ਕਿ ਜਿਹੜੀਆਂ ਕੰਪਨੀ ਨੇ ਜਿਹੜੀਆਂ ਗਲਤੀਆਂ ਕੀਤੀਆਂ ਵਾ ਤੇ ਜ਼ਿਮੀਂਦਾਰ ਨੂੰ ਆਣ ਕੇ ਮਸਲਾ ਬਣਨ ਦਿਆ ਵਾ ਇਹਨਾਂ ਗਲਤੀਆਂ ਦਾ। ਠੀਕ ਆ, ਪਹਿਲਾਂ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਇਹਦੀਆਂ ਟੂਪਾਂ ਵਾ, ਬੈਕ ਹਿੱਸੇ ਦੀਆਂ ਟੂਪਾਂ ਜਿਹੜੀਆਂ ਵਾ ਉਹਨਾਂ ਨੂੰ ਬੈਕ ਸਾਈਡ ਤੇ ਇਹਨਾਂ ਨੇ ਗੇਅਰ ਬਣਾ ਕੇ ਪਿੱਛੇ ਲਗਾ ਦਿੱਤਾ ਵਾ। ਠੀਕ ਆ, ਹਿੱਸਾ ਇਹਦਾ ਚਲੇ ਗਿਆ ਅੰਦਰ। ਠੀਕ ਆ, ਦੋਵਾਂ ਸਾਈਡਾਂ ਤੇ ਇਹਨਾਂ ਨੇ ਟੂਪਾਂ ਲਗਾ ਕੇ ਗੇਅਰ ਬਣਾਇਆ ਵਾ। ਠੀਕ ਆ, ਗੇਅਰ ਦਾ ਫਾਇਦਾ ਹੀ ਆ, ਗੱਡੀ ਪਾਵਰ ਚ ਆ ਜਾਂਦੀ ਆ, ਲੇਕਿਨ ਪਾਵਰ ਚ ਗੱਡੀ ਦੀ ਪਾਵਰ ਚ ਆਉਣ ਦੇ ਬਾਵਜੂਦ ਇਹਦੇ ਚ ਨੁਕਸਾਨ ਵੀ ਆ। ਨੁਕਸਾਨ ਸਾਨੂੰ ਇਹ ਆ ਜਾਂਦਾ ਵਾ ਕਿ ਜੇ ਅਸੀਂ ਇਹਦੇ ਮਗਰ ਫੱਟਾ ਪਾਉਂਦੇ ਆ ਜਾਂ ਟਰਾਲਾ ਪਾਉਂਦੇ ਆ, ਪਾ ਕੇ ਉੱਤੇ ਲੋਡ ਪਾਉਂਦੇ ਆ, ਸਭ ਤੋਂ ਮੇਨ ਜਿਹੜਾ ਇਹਦਾ ਨੁਕਸਾਨ ਆ ਕਿ ਇਹ ਟੂਪਾਂ ਜਿਹੜੀਆਂ ਨਾ ਇਹ ਲੋਡ ਨਹੀਂ ਚੱਕ ਸਕਦੀਆਂ। ਠੀਕ ਆ, ਵੱਡਾ ਟਰਾਲਾ ਵਾ ਜੀ ਉਹਦੇ ਅਸੀਂ 1000 ਮਣ ਜਾਂ 1500 ਜਾਂ 2000 ਪਾ ਲੈਂਦੇ ਆ, ਗੰਨਾ ਮਣ ਪਾ ਲੈਂਦੇ ਆ। ਠੀਕ ਆ, ਸਾਨੂੰ ਸਭ ਤੋਂ ਜ਼ਿਆਦਾ ਖਤਰਾ ਇਹਦੀਆਂ ਟੂਪਾਂ ਦਾ ਰਹੂਗਾ ਕਿ ਟੂਪਾਂ ਤੇ ਲੋਡ ਪੈ ਕੇ ਟੂਪਾਂ ਆਪਣਾ ਮਰੋੜਾ ਨਾ ਖਾ ਜਾਣ, ਟੁੱਟ ਨਾ ਜਾਣ। ਇਹ ਇਸ ਟਰੈਕਟਰ ਦਾ ਨੁਕਸ ਵਾ। ਠੀਕ ਆ, ਉਸ ਤੋਂ ਬਾਅਦ ਇਹਦੇ 'ਚ ਜੇ ਆਪਾਂ ਟਰਾਲਾ ਪਾ ਕੇ ਇਹਨੂੰ ਮੋੜਦੇ ਆ, ਇਹਦਾ ਵਾਇਆ ਘਟ ਗਿਆ। ਇਹਦਾ ਵਾਇਆ ਘਟ ਗਿਆ ਵਾ। ਜਦੋਂ ਟਰੈਕਟਰ ਅੱਗੇ ਮੁੜੇਗਾ ਤੇ ਵੀਲ ਜਿਹੜੇ ਆ ਟਰੈਕਟਰ ਟਰਾਲੇ ਦੀ ਹੁੱਕ ਦੇ ਨਾਲ ਲੱਗਣਗੇ, ਇਹਨੂੰ ਮੁੜਨ ਦੇ ਵਿੱਚ ਦੁਸ਼ਵਾਰੀ ਆਊਗੀ। ਠੀਕ ਆ, ਇਹ ਸੀ ਇਹਦੀਆਂ ਬੁਰਾਈਆਂ। ਫਿਰ ਦੂਸਰੀ ਇੱਕ ਬੁਰਾਈ ਹੋਰ ਇਸ ਟਰੈਕਟਰ ਦੀ ਆ, ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ। ਸਾਡੇ ਨਾਲ ਜੁੜੇ ਰਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ। ਕਿ ਇੱਕ ਜਿਹੜੀ ਇਹਦੀ ਖਾਮੀ ਆ ਤੁਹਾਡੇ ਨਾਲ ਉਹ ਸ਼ੇਅਰ ਕਰ ਦਈਏ ਕਿ ਇਹਦਾ ਜਿਹੜਾ ਹਿੱਸਾ ਇਹਨਾਂ ਨੇ ਛੋਟਾ ਕਰ ਦਿੱਤਾ। ਹੁਣ ਜਿੱਦਾਂ ਕਿ ਨਵੇਂ ATS ਟਰੈਕਟਰ ਆਏ ਆ, ਉਹਨਾਂ ਨੇ ਇਹਦੇ ਵਿੱਚ ਨਾ ਸਪੇਸਰ ਪਾ ਕੇ ਤੇ ਹਿੱਸਾ ਲੰਬਾ ਕੀਤਾ ਵਾ। ਉਹਦੇ ਵਿੱਚ ਬਹਿਣਾ ਖਲੋਣਾ ਜਿਹੜਾ ਵਾ ਬੜਾ ਆਸਾਨ ਆ। ਹੁਣ ਜਿੱਦਾਂ ਕਿ ਇਹ ਦੇਖ ਸਕਦੇ ਆ ਤੁਸੀਂ ਕਿ ਇਹ ਹਿੱਸਾ ਜਿਹੜਾ ਇਹਦਾ ਛੋਟਾ ਕਰ ਦਿੱਤਾ ਵਾ। ਜੇ ਆਪਣਾ ਜ਼ਿਮੀਂਦਾਰ ਇਹਦੇ ਉੱਤੇ ਬੈਠਦਾ ਵਾ, ਉਹਦੇ ਗੋਡੇ ਜਿਹੜੇ ਆ ਹੈਂਡਲ ਨਾਲ ਲੱਗ ਜਾਂਦੇ ਆ। ਠੀਕ ਆ, ਉਹਨੂੰ ਬਹਿਣ ਦੇ ਵਿੱਚ ਦੁਸ਼ਵਾਰੀ ਆ ਜਾਂਦੀ ਆ। ਫਿਰ ਜਿੱਦਾਂ ਕਿ ਤੁਸੀਂ ਜਾਣਦੇ ਆ ਕਿ ਲੋਡ ਪਾ ਕੇ ਅਕਸਰ ਔਕਾਤ ਟਰੈਕਟਰ ਅੱਗਿਓਂ ਉੱਠ ਜਾਂਦਾ ਵਾ। ਉਹਦੇ ਵਿੱਚ ਜਿਹੜਾ ਡਰਾਈਵਰ ਆ ਉਹਨੂੰ ਇਹੀ ਡਰ ਰਹਿੰਦਾ ਵਾ ਕਿ ਮੈਂ ਖਣੀ ਪਿੱਛੇ ਟਰਾਲੇ ਦੇ ਨਾਲ ਲੱਗ ਗਿਆ, ਕਿਉਂਕਿ ਇਹਦਾ ਹਿੱਸਾ ਬਹੁਤ ਛੋਟਾ ਇਹਨਾਂ ਨੇ ਬਣਾਇਆ ਹੋਇਆ ਵਾ। ਪ੍ਰੈਸ਼ਰ ਦੇ ਨਾਲ ਇੱਕ ਇਹਦੀ ਖਿਚਾਈ ਤੇ ਵੀ ਫਰਕ ਪੈਂਦਾ। ਹਾਂਜੀ, ਜਿਹੜਾ ਉੱਠਦਾ ਵਾ ਸਲਿੱਪ ਕੱਢਦਾ ਉਹ ਨਹੀਂ ਕਰਦਾ। ਹੁਣ ਦੇਖੋ ਨਾ ਇਹਦੀ ਲੰਬਾਈ ਘੱਟ ਵਾ, ਲੰਬਾਈ ਘੱਟ ਆ। ਇਹਦੇ ਜਿਹੜੀਆਂ ਟੂਪਾਂ ਵਾ ਉਹ ਬੈਕ ਸਾਈਡ ਤੇ ਹੋ ਗਈਆਂ। ਇਹਦੇ ਮਗਰ ਜੇ ਥੋੜਾ ਜਿਹਾ ਵੀ ਵਜ਼ਨ ਪਾ ਕੇ ਜ਼ੋਰ ਪੈਂਦਾ ਨਾ, ਟਰੈਕਟਰ ਅੱਗੇ ਉੱਠ ਜਾਂਦਾ ਵਾ। ਠੀਕ ਆ, ਉਸ ਤੋਂ ਬਾਅਦ ਇਹਦੀਆਂ ਛਾਈਆਂ ਜਿਹੜੀਆਂ ਵਾ ਵਜ਼ਨ ਤੇ ਇੰਜਨ ਜਿਹੜਾ ਬਣਾਉਂਦੇ ਆ ਟਰੈਕਟਰ ਕੋਈ ਵੀ ਆ, ਉਹਦੇ ਲੋਡ ਖਿੱਚਣ ਵਾਸਤੇ ਉਹਨੂੰ ਉਹਦੇ ਮਕਦਾਰ ਦਾ ਹੀ ਇੰਜਨ ਲੱਗਦਾ ਵਾ। ਪਾਵਰ ਉਹਦੇ ਚ ਉਨੀ ਹੁੰਦੀ ਆ, ਬਾਕੀ ਇਹਦੀ ਪਾਵਰ ਵੀ ਠੀਕ ਆ। ਬਾਕੀ ਦੋਸਤ ਦੇ ਨਾਲ ਆਪਣਾ ਜਿਹੜੇ ਇਹਨਾਂ ਦੇ ਓਨਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੇਲ ਸ਼ੇਲ ਕਿੰਨਾ ਪੀ ਜਾਂਦਾ ਵਾ। ਇਹ ਦੱਸੋ ਤੁਸੀਂ, ਪੈਲੀ ਸ਼ਾਲੀ ਵਾਹੁੰਦੇ ਆ ਤੇ ਵੀਗੇ ਚ ਕਿੰਨਾ ਤੇਲ ਪੀ ਜਾਂਦਾ ਇਹ ਵੀਗੇ ਨੂੰ ਡਬਲ ਕਲਟੀ ਕਰੀਏ ਹੱਲਾਂ ਦੀ। ਹਾਂਜੀ, ਤੇ ਪੀ ਜਾਂਦਾ ਮਸਾਲ 2.5 ਲੀਟਰ 2.5-3 ਲੀਟਰ ਪੀਂਦਾ ਵਾ, ਪੀ ਲੈਂਦਾ ਵਾ। ਹਾਂਜੀ, ਚੰਗੀਆਂ ਤਰ੍ਹਾਂ ਹੱਲਾਂ ਲਾਈਏ ਤੇ ਠੀਕ ਮਾੜੀਆਂ ਲਾਈਏ ਡਬਲ ਕੋਡ ਚ ਡਬਲ ਕੋਡ ਕਰੀਏ ਵਿਗੇ ਦਾ। ਹਾਂਜੀ, ਏਕੜ ਦਾ ਕਰੀਏ ਤੇ ਮਸਾਲ 2.5 ਲੀਟਰ
2.5 ਲੀਟਰ ਤੇ ਵਿਗਨ ਡਬਲ ਕੋਟ ਕਰੀਏ ਫਿਰ ਵੀ 2.5 ਲੀਟਰ ਫਿਰ ਵੀ ਇੱਕ 2.5 ਹੀ ਬਣਦਾ ਵਾ। ਮਤਲਬ ਕਿ 1 ਕਿੱਲਾ ਜੇ ਆਪਾਂ ਪੰਜਾਬੀ ਚ ਗੱਲ ਕਰ ਲਈਏ ਕਿੱਲੇ ਤੇ 2.5 ਲੀਟਰ ਤੇਲ ਫੂਕ ਜਾਂਦਾ ਵਾ ਇੱਕ ਸਿੰਗਲ ਤੇ ਸਿੰਗਲ ਤੇ ਡਬਲ ਕਰੀਏ ਤਾਂ 5 ਲੀਟਰ ਲਾ ਜਾਂਦਾ। ਜਿਹੜੀ ਐਵਰੇਜ ਆ ਮੈਸੀ ਨੂੰ ਚੰਗੀ ਆ ਫਿਰ ਇਹਦਾ ਮਤਲਬ ਆ ਬਹੁਤ ਅੱਛੀ ਹੈ ਮੈਸੀ ਨਾਲੋਂ Average average ਬਹੁਤ ਅੱਛੀ ਹੈ। ਅੱਛਾ ਇੱਕ ਤੇ ਫਿਊਲ ਹੈ ਜਿਹੜੀ ਆ ਇਹਦੀ ਐਵਰੇਜ ਆ ਬਹੁਤ ਅੱਛੀ ਆ ਦੂਸਰੇ ਬਹੁਤ ਟਰੈਕਟਰਾਂ ਦੀ ਹਾਂ। ਖਚਾਈ ਦੇ ਵਿੱਚ ਤਕੜਾ ਵਾ ਚਾਹੀਏ ਤਗੜਾ ਖਚਾਈ ਚ ਤਗੜਾ ਖਚਾਈ ਚ ਕਿੱਦਾਂ ਤਗੜਾ ਵਾ ਹੁਣ ਕਿ ਇਹਦੇ ਟੂਪਾਂ ਦੇ ਵਿੱਚ ਇਹਨਾਂ ਨੇ 2 ਗੇਅਰ ਲਾਤੇ ਆ। ਇੱਕ ਜਿਹੜਾ ਇਹਦੇ ਹਿੱਸੇ ਦੇ ਵਿੱਚ ਗੇਅਰ ਹੁੰਦਾ ਆਮ ਹਰ ਟਰੈਕਟਰ ਚ ਹੁੰਦਾ ਵਾ, ਦੂਸਰਾ ਗੇਅਰ ਇਹਨਾਂ ਨੇ ਇਹਦੀਆਂ ਟੂਪਾਂ ਦੇ ਵਿੱਚ ਲਾਏ ਹੋਏ ਆ। ਹਰ ਵੀਲ ਦੇ ਨਾਲ ਇੱਕ ਗਰਾਰੀ ਵੱਡੀ ਲਗਾਈ ਆ ਜਿਹੜਾ ਕਿ ਜਿੱਦਾਂ ਆਪਾਂ ਲੋਹ ਕਹਿ ਦਿੰਦੇ ਨਾ ਲੋਹ ਲੱਗ ਜਾਂਦਾ ਵਾ। ਮਾਸ਼ਾਅੱਲਾ ਵੀ ਠੀਕ ਆ, ਕੰਪਨੀ ਨੇ ਆਪਣੇ ਹਿਸਾਬ ਨਾਲ ਉਹਨੂੰ ਬਿਹਤਰ ਬਣਾਇਆ ਵਾ। ਜ਼ਿਮੀਂਦਾਰਾਂ ਵਾਸਤੇ ਉਹ ਮਸਲਾ ਸਾਹਮਣੇ ਆ ਗਿਆ ਕਿਉਂਕਿ ਟਰਾਲਾ ਨਹੀਂ ਪਾ ਸਕਦੇ, ਲੋਡ ਨਹੀਂ ਉੱਤੇ ਪਾ ਸਕਦੇ ਹੈਗੇ, ਫਿਰ ਉਹਦੀ ਮਜ਼ਬੂਤੀ ਨਹੀਂ। ਜੇ ਕੰਪਨੀ ਨੂੰ ਚਾਹੀਦਾ ਵਾ ਕਿ ਇਹਦੇ ਨੀਚੇਲੀ ਸਾਈਡ ਤੇ ਜਿੱਦਾਂ ਕਿ ਤੁਸੀਂ ਹੁਣ ਆਪਣੇ ਮਤਹਿਤ ਆਪ ਥੱਲੇ ਦੇ ਰਾੜ ਲਾ ਕੇ ਉਹਨੂੰ ਮਜ਼ਬੂਤੀ ਦਿੱਤੀ ਆ, ਕੰਪਨੀ ਨੂੰ ਚਾਹੀਦਾ ਕਿ ਉਹ ਸਟਾਰਟਿੰਗ ਹੀ ਉਸ ਨੂੰ ਬਿਹਤਰ ਕਰਕੇ ਭੇਜੇ ਕਿਉਂਕਿ ਜ਼ਿਮੀਂਦਾਰ ਇੱਕ ਵਾਰੀ ਲਾਉਂਦਾ ਜੀ 20 ਲੱਖ ਜਾਂ 30 ਲੱਖ 40 ਲੱਖ ਰੁਪਈਆ ਵੀ ਖਰਚਦਾ ਵਾ, ਰੋਜ਼ਾਨਾ ਹੀ ਉਹਦੇ ਕੋਲ ਇਹ ਚੀਜ਼ ਦਾ ਨਹੀਂ ਹੁੰਦਾ ਕਿਉਂਕਿ ਜ਼ਿਮੀਂਦਾਰ ਜਿਹੜਾ ਵਾ ਉਹ ਆਪਣੀ ਫਸਲ ਦੇ ਵਿੱਚੋਂ ਕਮਾ ਕੇ ਇਹ ਟਰੈਕਟਰ ਲੈਂਦਾ ਵਾ ਤੇ ਕੰਪਨੀ ਨੂੰ ਚਾਹੀਦਾ ਉਹਨੂੰ ਇੱਕ ਵਾਰੀ ਬਿਹਤਰ ਕਰਕੇ ਭੇਜੇ। ਠੀਕ ਹੋ ਗਿਆ। ਚੀਜ਼ ਹੋਰ ਦੱਸੋ ਜਿਹੜੇ ਪੁਰਾਣੇ ਮਾਡਲ ਸੀ ਉਹ ਚੰਗੇ ਸੀ ਨਵਿਆਂ ਦੀ ਨਿਸਬਤ? ਤੁਸੀਂ ਨਵੇਂ ਟਰੈਕਟਰ ਵੀ ਦੇਖੇ ਹੋਣੇ ਆ, ਉਹਨਾਂ ਚ ਅੱਜ ਕੱਲ੍ਹ ਬੜੇ ਮਸਲੇ ਮਸਾਇਲ ਆ ਰਹੇ ਆ। ਇੱਕ ਤੇ ਇਹਦੇ ਉੱਤੇ ਦੱਸੋ, ਦੂਸਰਾ ਦਬੰਗ ਟਰੈਕਟਰ ਦੇ ਨਾਲ ਇਹਦਾ ਮੁਕਾਬਲਾ ਕੀਤਾ ਜਾਵੇ, ਉਹਨੂੰ ਚੰਗਾ ਵਾ ਜਾਂ ਮਾੜਾ ਵਾ, ਇਹ ਦੱਸਣਾ ਜ਼ਰਾ। ਤਕਰੀਬਨ ਉਹਦੇ ਤੇ ਪਾਵਰ ਵੀ ਜ਼ਿਆਦਾ ਵਾ, ਉਹਦੀ ਜ਼ਿਆਦਾ ਵਾ ਪਾਵਰ? ਉਹਦੀ ਜ਼ਿਆਦਾ, ਉਹਦੀ ਆ 85 HP, ਇਹਦੀ ਆ 75 HP ਆ। ਹਾਂ ਬਿਲਕੁਲ ਇਸ ਤਰ੍ਹਾਂ ਹੀ ਆ। ਉਹਦੇ ਚ ਪਾਵਰ ਜ਼ਿਆਦਾ, ਉਹਦਾ ਪਾਵਰ ਜ਼ਿਆਦਾ ਵਾ, ਖਚਾਈ ਵਿੱਚ ਉਹਨੂੰ ਮੱਥਾ ਦੇ ਸਕਦਾ। ਇਹਦੇ ਰਿਮਾਂ ਨੂੰ ਲਾਇਆ ਹੋਵੇ, ਵੇਟ ਵੂਟ ਲਾਏ ਹੁਣ, ਕੋਈ ਟੈਨਸ਼ਨ ਖਿੱਚ ਨਹੀਂ ਸਕਦਾ ਉਹਨੂੰ। ਖਿੱਚ ਨਹੀਂ ਇਹ ਨਹੀਂ ਉਹਨੂੰ ਪਾਵਰ ਇਹ ਆ ਕਿ ਉਹਨੂੰ ਉਹਨਾਂ ਨੇ ਵੇਟ ਦਿੱਤੇ ਆ, ਰਿਮ ਦੇ ਨਾਲ ਵੇਟ ਆਏ ਆ। ਇਹਨਾਂ ਗੱਡੀਆਂ ਨਾਲ ਵੇਟ ਨਹੀਂ ਆਏ, ਸਲਿੱਪ ਘਟਦਾ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਆ। ਲੇਕਿਨ ਇਹ ਗੱਲ ਕਾਜ਼ੀ ਇਹਨਾਂ ਨੇ ਹਾਲੈਂਡ ਵਾਲਿਆਂ ਨੇ ਇਹਨੂੰ ਅਪਗ੍ਰੇਡ ਕੀਤਾ ਵਾ, ਦਬੰਗ ਦੀ ਸੂਰਤ ਦੇ ਵਿੱਚ ਸਾਨੂੰ ਦਿੱਤਾ ਵਾ, ਕੁਝ ਚੀਜ਼ਾਂ ਨੂੰ ਬਿਹਤਰ ਕੀਤਾ ਵਾ, ਲੇਕਿਨ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਮਸਲੇ ਮਸਾਇਲ ਜਿਹੜੇ ਆ ਉਹ ਆਏ ਨੇ ਦੇਖਣ ਨੂੰ। ਜਿੱਦਾਂ ਕਿ ਅਗਰ ਆਪਾਂ ਮਗਰਾੜਾਂ ਦੀ ਗੱਲ ਕਰੀਏ, ਦੇਖੋ 640 ਦੇ ਵਿੱਚ ਵੀ ਇਹ ਪਰੇਸ਼ਾਨੀ ਆਉਂਦੀ ਸੀ ਜ਼ਿਮੀਂਦਾਰਾਂ ਨੂੰ, ਤੇ ਉਸ ਟਰੈਕਟਰ ਦੇ ਵਿੱਚ ਵੀ ਇਹਨਾਂ ਨੇ ਦੂਰ ਨਹੀਂ ਕੀਤੀ। ਤੁਸੀਂ ਆਪਣੀ ਜ਼ੁਬਾਨੀ, ਤੁਸੀਂ ਜ਼ਿਮੀਂਦਾਰ ਹੋ, ਇਸਤੇਮਾਲ ਕਰਦੇ ਹੋ, ਤੁਸੀਂ ਬਿਲਕੁਲ ਹਲਕੀ ਸੈੱਟ ਕਰਨਾ ਚਾਹੀਦਾ ਤੁਹਾਨੂੰ। ਇਹਦੀ ਪਰੇਸ਼ਾਨੀ ਹਲਕੀ ਚਾਦਰ ਲਗਾਈ ਹੋਈ ਆ ਕੰਨਾਂ ਜੀ ਨੂੰ, ਤੁਸੀਂ ਸੀਟ ਕੱਤ ਲਵਾਈ ਇਸੇ ਦੁੱਖ ਤੋਂ ਇਸੇ ਕਰਕੇ ਲਵਾਈ ਆ ਜਿਹੜੇ ਨਾ ਲਿਫ ਜਾਂਦੇ ਠਾਹ ਨੂੰ, ਸਾਰੇ ਨਾ ਲਿਫਣ। ਹਾਂਜੀ ਵੈਸੇ ਵੀ ਬਹਿਣ ਵਾਸਤੇ ਵੀ ਜਦੋਂ ਬਈਦਾ ਸੀਟ ਤੇ ਅਕਸਰ ਆ ਜਿਹੜੇ ਮੋੜ ਨੇ ਕਟਾਈ ਤੇ ਗੱਡੀ ਖੜਨੀ ਹੁੰਦੀ ਆ ਤੇ ਬਾਹਾਂ ਵੱਜਦੀਆਂ ਵਾ, ਲੱਗਦੀਆਂ ਨਾਲ ਲੱਗਦੀਆਂ। ਹਿੱਸਾ ਛੋਟਾ ਵਾ ਵੀ, ਸੈਂਟਰ ਜਿਹੜਾ ਛੋਟਾ ਵਾ, ਮਤਲਬ ਕਿ ਟੂਬ ਲੰਮੀ ਹੋਣੀ ਚਾਹੀਦੀ ਸੀ। ਹਾਂਜੀ। ਅੱਛਾ, ਇੱਕ ਤੇ ਇਹ ਵੀ ਮਸਲਾ, ਇੱਕ ਤੁਹਾਡਾ ਇਹ ਪ੍ਰੋਬਲਮ ਆ ਕਿ ਸਪੇਸਰ ਦੇ ਕੇ ਇਹਦਾ ਵੀ ਪਲੇਟਫਾਰਮ ਖੁੱਲਾ ਕੀਤਾ ਜਾਵੇ, ਇਹ ਚੀਜ਼ਾਂ ਖੁੱਲੀਆਂ ਹੋਣ ਤਾਂ ਕਿ ਬੈਠਣ ਲੱਗੇ ਬੰਦਿਆਂ ਨੂੰ ਆਸਾਨੀ ਹੋਵੇ। ਤੇ ਇਹ ਜਿਹੜੇ ਇਹਦਾ ਲੋਹਾ ਥੋੜਾ ਜਿਹਾ ਬਿਹਤਰ ਕੀਤਾ ਜਾਵੇ ਇਹ ਮਗਰਾੜਾਂ ਦਾ, ਤਾਂ ਕਿ ਇੱਥੇ ਬੰਦਾ ਬਹਿ ਵੀ ਸਕੇ ਤੇ ਬੋਰੀ ਕੋਈ ਖਾਦ ਦੀ ਰੱਖ ਕੇ ਜ਼ਿਮੀਂਦਾਰ ਕਿਸੇ ਜੱਟ ਨੇ ਖੜਨੀ ਹੋਵੇ ਤੇ ਉਹ ਵੀ ਲੈ ਜਾਵੇ। ਤੇ ਬਾਕੀ ਹਿੱਸੇ ਤੇ ਕੋਈ ਐਡਾ ਨਹੀਂ ਹੈਗਾ, ਲੇਕਿਨ ਇਹਨੂੰ ਥੋੜਾ ਡਿਜੀਟਲ ਕੀਤਾ ਜਾਵੇ, ਜਦੀਦ ਦੌਰ ਦੇ ਹਿਸਾਬ ਨਾਲ ਇਹਨੂੰ ਸੋਹਣਾ ਤੇ ਟੈਟ ਕੀਤਾ ਜਾਵੇ ਜ਼ਰਾ। ਹਾਲਾਂਕਿ ਪੁਰਾਣੇ ਮਾਡਲ ਜਿਹੜੇ ਆ ਉਹਨਾਂ ਤੇ ਜ਼ਿਮੀਂਦਾਰ ਖੁਸ਼ ਨੇ, ਲੇਕਿਨ ਆ ਥੋੜੀਆਂ ਥੋੜੀਆਂ ਚੀਜ਼ਾਂ ਵਾ ਜਿਹੜੀਆਂ ਕਿ ਚੇਂਜ ਕੀਤੀਆਂ ਜਾਣ, ਜਿਹੜੀਆਂ ਨਵੇਂ ਮਾਡਲਾਂ ਤੱਕ ਵੀ ਹੁਣ ਚੇਂਜ ਨਹੀਂ ਕੀਤੀਆਂ, ਸੇਮ ਹੀ ਆ ਰਹੀਆਂ ਵਾ।